9 ਅਕਤੂਬਰ ਸਨਿਚਰਵਾਰ ਦੀ ਸ਼ਾਮ ਹੈ। ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਬੇਰ ਕ੍ਰੀਕ ਪਾਰਕ ਦੇ ਪਤਝੜ ਦੇ ਸੁੰਦਰ ਨਜ਼ਾਰਿਆਂ ਦੇ ਵਿੱਚੋਂ ਇੱਕ ਵਾਰੀ ਫਿਰ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਇੱਕ ਹੋਰ ਤਾਜ਼ਾ ਐਪੀਸੋਡ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੇ ਵਨ-ਸੁਵੰਨੇ ਸੈਗਮੈਂਟਸ ਸ਼ਾਮਲ ਕੀਤੇ ਜਾਣਗੇ। ਗੀਤ ਸੰਗੀਤ ਵੀ ਹੋਵੇਗਾ। ਸਭ ਤੋਂ ਪਹਿਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਕੋਇਲ ਸਵਰਗੀ ਸੁਰਿੰਦਰ ਕੌਰ ਜੀ ਦੀ ਇੱਕ ਪੁਰਾਣੀ ਯਾਦਗਾਰੀ ਮੁਲਾਕਾਤ ਵੀ ਪੇਸ਼ ਕਰਾਂਗੇ। ਜਾਣਕਾਰੀਆਂ ਵੀ ਸਾਂਝੀਆਂ ਕਰਾਂਗੇ। ਇਹ ਹੈ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਓ ਛੱਡ ਮਾਲਕ ਤੇ ਡੋਰਾਂ ਔਖੇ ਸੌਖੇ ਵਕਤ ਗੁਜ਼ਰ ਹੀ ਜਾਂਦਾ ਏ, ਦੋ ਵੇਲੇ ਦੀ ਰੋਟੀ ਹਰ ਕੋਈ ਖਾਂਦਾ ਏ। ਔਖੇ ਸੌਖੇ ਵਕਤ ਗੁਜ਼ਰ ਹੀ ਜਾਂਦਾ ਏ, ਦੋ ਵੇਲੇ ਦੀ ਰੋਟੀ ਹਰ ਕੋਈ ਖਾਂਦਾ ਏ। ਤੂੰ ਅਰਜ਼ ਕਰੀ ਕਿ ਬਿਲਕੁਲ ਫੱਟੀ ਪੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਬਹੁਤਾ ਲੋਚੀ ਨਾ। ਗਾਓ ਜੀ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਓ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ, ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ। ਓ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ, ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ, ਤਾਂ ਉੱਪਰ ਨੂੰ ਸੁੱਟ ਸੁੱਟ ਕੇ ਪੱਥਰ ਪੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ
ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਜਮ ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਓ ਜਮ ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਕਲਮ ਨਾਲ ਪਰ ਅੱਲੇ ਜ਼ਖਮ ਖਰੋਚੀ ਨਾ ਕਲਮ ਨਾਲ ਪਰ ਅੱਲੇ ਜ਼ਖਮ ਖਰੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਮਾਲਕ ਤੇ ਡੋਰਾ ਬਹੁਤਾ ਪਿਛਲੇ ਵੀਕਐਂਡ ਤੇ ਰੋਜਰਸ ਅਰੀਨਾ ਦੇ ਵਿੱਚ ਕਨੈਕਟਸ ਦੀ ਗੇਮ ਲਗਭਗ 1.5 ਸਾਲ ਤੋਂ ਬਾਅਦ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਦੇ ਵਿੱਚ ਹੋਈ। ਸਿਨੇਮਿਆਂ ਦੇ ਵਿੱਚ ਵੀ ਰੌਣਕਾਂ ਲੱਗ ਗਈਆਂ ਹਨ। ਖਾਸ ਤੌਰ ਤੇ ਪੰਜਾਬੀ ਫਿਲਮਾਂ ਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹੈ। 15 ਤਰੀਕ ਨੂੰ ਦਲਜੀਤ ਦੋਸਾਂਝ ਹੁਣਾਂ ਦੀ ਉਡੀਕੀ ਜਾ ਰਹੀ ਫਿਲਮ ਹੌਸਲਾ ਰੱਖ ਰਿਲੀਜ਼ ਹੋ ਰਹੀ ਹੈ, ਜੋ ਸਾਰੀ ਦੀ ਸਾਰੀ ਇੱਥੇ ਕੈਨੇਡਾ ਦੇ ਵਿੱਚ ਹੀ ਸ਼ੂਟ ਹੋਈ ਹੈ, ਇੱਥੇ ਬਣੀ ਹੈ। ਟ੍ਰੇਲਰ ਤੇ ਗੀਤ ਸੰਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਸ 'ਚੋਂ ਇੱਕ ਗੀਤ ਵੀ ਸ਼ਾਮਲ ਕਰਨਾ ਹੈ, ਪਰ ਉਸ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਿੰਸ ਜਾਰਜ ਨਿਵਾਸੀ RCMP ਦੇ ਸਾਬਕਾ ਸਟਾਫ ਸਾਰਜੈਂਟ ਰਾਜਿੰਦਰ ਸਿੰਘ ਸਿੱਧੂ ਹੁਣਾਂ ਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ, ਜਿਨ੍ਹਾਂ ਦੀ ਬੇਟੀ ਨਵਪ੍ਰੀਤ ਕੌਰ ਸਿੱਧੂ ਦਾ ਜਨਮ ਦਿਨ ਵੀ ਪਿਛਲੇ ਦਿਨੀ ਮਨਾਇਆ ਗਿਆ ਔਰ ਉਹਨਾਂ ਨੇ ਆਪਣੀ ਮੈਡੀਕਲ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰੀ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਸੋ ਸਮੂਹ ਸਿੱਧੂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਨਵਪ੍ਰੀਤ ਦੇ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ।
ਤੇ ਹੁਣ ਹਰਜਿੰਦਰ ਸਿੰਘ ਥਿੰਦ ਹੋਣਾ ਦਾ ਇੰਟਰਵਿਊ ਸੈਗਮੈਂਟ, ਜਿਸ ਦੇ ਵਿੱਚ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਅਫਗਾਨਿਸਤਾਨ ਬਾਰੇ ਵਡਮੁੱਲੀ ਜਾਣਕਾਰੀ ਦੇ ਰਹੇ ਹਨ। ਬੜੀ ਰੌਚਕ ਹੈ ਕਿਉਂਕਿ ਅਫਗਾਨਿਸਤਾਨ ਜਿਸ ਦਾ ਕਿਸੇ ਸਮੇਂ ਪੰਜਾਬ ਵੀ ਹਿੱਸਾ ਰਿਹਾ ਹੈ, ਬੜੀ ਰੌਚਕ ਜਾਣਕਾਰੀ ਹੈ। ਅੱਛਾ, ਇੱਕ ਵਾਰੀ ਦਿੱਲੀ ਸਰਕਾਰ ਨੇ ਇਹ ਗੱਲ ਤਸਲੀਮ ਕਰ ਲਈ ਸੀ ਕਿ ਪੰਜਾਬ ਅਫਗਾਨਿਸਤਾਨ ਦਾ ਹਿੱਸਾ। ਮੈਨੂੰ ਡੇਟ ਚੇਤੇ ਹੈ ਜੀ, 1753 ਹੋ ਸਕਦਾ, ਅਪ੍ਰੈਲ 1753 ਹੋਵੇ, ਜਦ ਉਹਦੀ ਮੋਹਰ ਲਾਤੀ ਸੀ ਇਸ ਗੱਲ ਦੇ ਉੱਤੇ ਵੀ ਪੰਜਾਬ ਜਿਹੜਾ ਹੈਗਾ ਹੁਣ ਅਫਗਾਨਿਸਤਾਨ ਦਾ ਹਿੱਸਾ ਹੋ ਗਿਆ ਤੇ ਉਹ ਰਾਜ ਕਰਨ ਲੱਗ ਪਏ। ਉਹ ਫਿਰ ਜਿਸ ਵੇਲੇ ਇਹਨੀ ਸਿੱਖ ਮਿਸਲਾਂ ਨੇ ਇਹਨੂੰ ਛਡਾਇਆ ਤਾਂ ਉਹਨੇ ਦਿੱਲੀ ਦੇ ਰਾਜ ਤੋਂ ਨਹੀਂ ਛਡਾਇਆ, ਉਹਨੇ ਇਹ ਅਫਗਾਨੀਆਂ ਤੋਂ ਛਡਾਇਆ। ਅੱਛਾ, ਕਿਉਂਕਿ ਉਹ ਸੀਗੇ ਇੱਥੇ ਮੰਨ ਲਗੇ ਦਿੱਲੀ ਵਾਲੇ ਤਾਂ ਖਤਮ ਹੋ ਗਏ ਸੀ, ਜਿਹੜੇ ਮੁਗਲਾਂ ਹੀ ਤਾਂ ਬਸ ਹੋ ਗਏ, ਮੁਗਲ ਸੋਲਜਰ ਤਾਂ ਲੜਨ ਜੋਗੇ ਨਹੀਂ ਸੀ, ਯਾਸ਼ੀ ਸੀਗੇ, ਜਦ ਲੜਨ ਆਉਂਦੇ ਸੀਗੇ ਨਾਲ ਬੇਗਮਾਂ ਨੂੰ ਵੀ ਲੈ ਕੇ ਆਉਂਦੇ ਹੁੰਦੇ ਸੀ ਪਾਲਕੀਆਂ 'ਚ ਬਿਠਾ ਕੇ। ਲੜਨਾ ਕੀ ਸੀ ਉਹਨੂੰ ਜਾ ਕੇ, ਇਹ ਅਫਗਾਨ ਲੜਦੇ ਸੀ, ਇਹ ਉਤੋਂ ਹੀ ਤਕੜੇ ਬਹੁਤ ਸੀ, ਲੜਨ ਨੂੰ ਬਹੁਤ ਤਕੜੇ ਸੀਗੇ ਜਾ ਕੇ। ਉਹ ਫਿਰ ਰਣਜੀਤ ਸਿੰਘ ਦਾ ਟਾਈਮ ਆ ਗਿਆ ਜੀ। ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਜਿਹੜੀ ਫਿਰ ਪੰਜਾਬ ਦੀ ਤਾਕਤ ਸੀ ਉਹ ਬਹੁਤ ਤਕੜੀ ਹੋ ਗਈ। ਉਹ ਇੰਨੀ ਤਕੜੀ ਹੋ ਗਈ ਵੀ ਇਹ ਰੋਕਣਾ ਕੀ ਹੈ, ਫਿਰ ਉਹਨਾਂ ਦੇ ਇਲਾਕੇ ਵਿੱਚ ਹਮਲੇ ਕੀਤੇ ਜਾ ਕੇ ਜੀ। ਹੁਣ ਉਹ ਜਿਹੜਾ ਅਫਗਾਨਿਸਤਾਨ ਆ ਉਸ ਵੇਲੇ ਤੱਕ ਇਹ ਸਾਰੇ ਇਲਾਕੇ ਜਿਹੜੇ ਆ ਵਿੱਚੇ ਪਸ਼ਾਵਰ ਤਾਂ ਵਿੱਚੇ ਹੀ ਇਹ ਲੰਡੀ ਕੋਤਲ ਤਾਂ ਵਿੱਚੇ ਹੀ ਇਹ ਸਾਰਾ ਟਰਾਈਬਲ ਏਰੀਆ, ਇਹ ਸਾਰਾ ਅਫਗਾਨਿਸਤਾਨ ਦਾ ਹਿੱਸਾ ਸੀ। ਪਸ਼ਤੂਨ ਏਰੀਆ ਵੀ ਹੁਣ ਸਾਰਾ ਪਸ਼ਤੂਨ ਏਰੀਆ ਅਫਗਾਨਿਸਤਾਨ ਦਾ ਹਿੱਸਾ ਨਹੀਂ ਹੈ। ਹੁਣ ਜਿਹੜਾ ਹੈਗਾ, ਹੁਣ ਮੈਂ ਕਰੂੰਗਾ ਗੱਲ ਕਹਾਂ ਜਾ ਕੇ, ਉਹ ਸਾਰਾ ਹਿੱਸਾ ਨਹੀਂ ਹੈ, ਪਰ ਉਸ ਵੇਲੇ ਸਾਰਾ ਹਿੱਸਾ ਸੀਗਾ ਜੀ। ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਸਾਰਾ ਨਹੀਂ ਸੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਜਿਹੜਾ ਆਪਾਂ ਕਹਿ ਦਿੰਦੇ ਨਾ ਪੂਰੀ ਕਾਬਲ ਜਿੱਤਿਆ, ਕਾਬਲ ਨਹੀਂ ਜਿੱਤਿਆ। ਮਹਾਰਾਜਾ ਰਣਜੀਤ ਸਿੰਘ ਸਿਰਫ ਜਮਰੌਦ ਤੱਕ ਗਏ ਆ। ਅੱਛਾ, ਉਹ ਜਿਹੜੀ ਪਸ਼ਾਵਰ ਤੋਂ 14-15 ਕਿਲੋਮੀਟਰ ਜਮਰੌਦ ਤੱਕ ਗਏ ਆ। ਖੈਬਰ ਪਾਰ ਨਹੀਂ ਕੀਤਾ ਹੈ, ਉੱਥੇ ਤੱਕ ਰਹੇ, ਉੱਥੇ ਤੱਕ ਰਾਜ ਰਿਹਾ। ਪਰ ਇੱਥੇ ਮੈਂ ਜਿਹੜਾ ਇਹ ਵੀ ਇੱਕ ਥੋੜਾ ਜਿਹਾ ਆਪਣੇ ਬੰਦਿਆਂ ਦੇ ਮਨ ਦੇ ਵਿੱਚ ਹੈਗੀ ਕਿ ਇਹ ਬਹੁਤ, ਸਾਡੇ ਵਿੱਚ ਵੀ ਸ਼ੋਵਨਿਜ਼ਮ ਬਹੁਤ ਹੈ ਨਾ ਜੀ, ਅਸੀਂ ਸਿੱਖ ਐਂ ਕਰ ਦਿੰਦੇ ਹੁੰਦੇ, ਅਸੀਂ ਐਂ ਸਿੱਖ ਕਰ ਦਿੰਦੇ ਹਾਂ। ਉਹ ਇਲਾਕਾ ਜਿੱਤਿਆ ਹੈਗਾ, ਉਹਦੇ ਵਿੱਚ ਪਰਮਾਨੈਂਟ ਪੀਸ ਨਹੀਂ ਕਰ ਹੋਇਆ ਸਿੱਖਾਂ ਤੋਂ ਵੀ। ਉੱਥੇ ਵੀ ਉਹ ਬਗਾਵਤਾਂ ਕਰਦੇ ਹੀ ਰਹੇ ਆ, ਜਿੰਨਾ ਚਿਰ ਕਦੇ ਇਹਨੂੰ ਦਬਾਤਾ, ਹਰੀ ਸਿੰਘ ਨਲਵੇ ਨੇ ਕਦੇ ਉਹਨੂੰ ਦਬਾਤਾ ਜਾ ਕੇ, ਉਹ ਬਗਾਵਤਾਂ ਕਰਦੇ ਰਹੇ। ਉਸ ਵੇਲੇ ਜਿਹੜਾ ਸਿੱਖ ਰਾਜ ਦਾ ਕੰਟਰੋਲ ਹੁੰਦਾ ਸੀ ਉਹ ਸਿਰਫ ਪਸ਼ਾਵਰ ਤੇ ਬੜੇ ਸ਼ਹਿਰਾਂ ਦੇ ਵਿੱਚ ਹੁੰਦਾ ਸੀਗਾ। ਮਾਮਲਾ ਇਕੱਠਾ ਕਰਨ ਲਈ ਰੇਡ ਕਰਦੇ ਸੀ, ਮਾਮਲਾ ਇਕੱਠਾ ਕਰਕੇ ਮੁੜ ਕੇ ਫਿਰ ਉੱਥੇ ਵਾਪਸ ਆ ਜਾਂਦੇ ਸੀ। ਉਹ ਜਿਹੜਾ ਲੋਕਲ ਰਾਜ ਪ੍ਰਬੰਧ ਆ ਉਹ ਪਠਾਣਾ ਕੋਲੇ ਰਿਹਾ ਉਸ ਵੇਲੇ ਵੀ। ਅੱਛਾ, ਹਾਂ, ਉਸ ਵੇਲੇ ਵੀ ਜਿਹੜੀ ਲਾਹੌਰ ਦੀ ਗਵਰਨਮੈਂਟ ਸੀਗੀ ਉਹ ਆਪਣਾ ਰੂਲ ਨਹੀਂ ਲਾ ਸਕੀ ਉਸ ਵੇਲੇ ਵੀ ਉੱਥੇ। ਅੱਛਾ, ਹਾਂ, ਇਹ ਇਤਿਹਾਸ ਹਿਸਟੋਰੀਕਲੀ ਠੀਕ ਹੈ ਗੱਲ। ਰਾਜ ਉੱਤੇ ਕਰਦੇ ਸੀ, ਈਨਤਾ ਮੰਨਦੇ ਸੀ, ਪਰ ਬਗਾਵਤਾਂ ਕਰਦੇ ਰਹਿੰਦੇ ਸੀ। ਫਿਰ ਵੀ ਬਗਾਵਤਾਂ ਕਰਦੇ ਸੀ, ਬਗਾਵਤਾਂ ਦਬਾਉਣ ਦੇ ਲਈ ਵੀ ਹਰੀ ਸਿੰਘ ਵੱਲੋਂ ਜਾਂਦਾ ਸੀ, ਉਹਨਾਂ ਨੂੰ ਪਾਰਦਾ ਕੁੱਟਦਾ ਸੀ, ਬਹੁਤ ਸੀ ਉਹਨਾਂ ਦੇ, ਜਿੱਦਾਂ ਦਹਿਸ਼ਤ ਫੈਲਾ ਦਿੰਦਾ ਸੀ। ਜਦ ਦਹਿਸ਼ਤ ਕਰਕੇ ਮੁੜ ਕੇ ਪਸ਼ਾਵਰ ਤਾਂ ਆਪਾਂ ਇਹਦਾ ਮੁੜ ਕੇ ਫਿਰ ਉਹੀ ਕੰਮ ਕਰਦੇ ਸੀਗੇ। ਉਹ ਆਹੀ ਕੁਝ ਜੋ ਕੁਛ ਹੁਣ ਹੋ ਰਿਹਾ ਜਾ ਕੇ, ਠੀਕ ਹੈ ਨਾ। ਇੱਕ ਵਾਰ ਤਾਂ ਹੱਲਾ ਦੇ ਕੇ ਇਹਨਾਂ ਨੂੰ ਜਿੱਤ ਲੈਂਦੇ ਆ, ਮਗਰੋਂ ਫਿਰ ਉਹੀ ਹੁੰਦੀ ਹੈ ਗੱਲ। ਅੱਛਾ, ਚਲੋ, ਉਹ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਆ ਗਿਆ। ਰਣਜੀਤ ਸਿੰਘ ਦਾ ਰਾਜ, ਹੁਣ ਮੈਂ ਤੁਹਾਨੂੰ ਦੱਸਦਾ ਜੀ, 1839 ਵਿੱਚ ਮਹਾਰਾਜੇ ਦੀ ਡੈਥ ਹੁੰਦੀ ਹੈ। 1838 ਦੇ ਵਿੱਚ ਇੱਕ ਟ੍ਰੀਟੀ ਹੁੰਦੀ ਹੈ, ਉਹਨੂੰ ਕਹਿੰਦੇ ਆ ਟ੍ਰੀਪਾਰਟਾਈਟ ਟ੍ਰੀਟੀ। ਉਹਦੇ ਵਿੱਚ ਅੰਗਰੇਜ਼ਾਂ ਨੂੰ ਇਹ ਲੱਗਾ ਵੀ ਜਿਹੜੇ ਰੂਸੀ ਇੱਧਰੋਂ ਵੱਧ ਕੇ ਆ ਕੇ ਰਸ਼ੀਆ ਨੇ ਇੱਧਰ ਹਮਲਾ ਕਰ ਦੇਣਾ ਅਫਗਾਨਿਸਤਾਨ ਦੇ ਵਿੱਚ ਤੋਂ ਆ ਕੇ। ਸੋ ਇਸ ਗੱਲ ਕਰਕੇ ਜਿਹੜਾ ਹੈਗਾ ਉਹਨੇ ਅਫਗਾਨਿਸਤਾਨ ਨੂੰ ਆਪਣਾ ਇੱਕ ਮਿਸ਼ਨ ਭੇਜਿਆ ਵੀ ਜਾ ਕੇ ਉੱਥੇ ਗੱਲ ਕੀਤੀ ਜਾਵੇ ਦੋਸਤ ਮੁਹੰਮਦ ਦੇ ਨਾਲ, ਵੀ ਤੂੰ ਜਿਸ ਵੇਲੇ ਸਾਡੇ ਨਾਲ ਸੰਧੀ ਕਰ ਲਾ, ਜਦ ਰਸ਼ੀਅਨ ਆਊਗੇ ਤਾਂ ਤੂੰ ਉੱਥੇ ਲੜੇ, ਅਸੀਂ ਮਦਦ ਕਰਾਂਗੇ ਤੇਰੀ। ਦੋਸਤ ਮੁਹੰਮਦ ਨੇ ਕਿਹਾ ਵੀ ਮੈਂ ਰੈਡੀ ਹਾਂ, ਪਰ ਸਿੱਖਾਂ ਤੋਂ ਮੈਨੂੰ ਪਸ਼ਾਵਰ ਦਵਾਓ। ਅੱਛਾ, ਹੈ ਜੀ, ਸਿੱਖਾਂ ਤੋਂ ਮੈਨੂੰ ਪਸ਼ਾਵਰ ਦਵਾ ਦਿਓ ਤੇ ਮੈਂ ਰੈਡੀ ਹਾਂ। ਉਸ ਵੇਲੇ ਫਿਰ ਜਿਹੜਾ ਸੀ ਲਾਰਡ ਆਕਲੈਂਡ ਸੀ, ਲਾਰਡ ਆਕਲੈਂਡ ਨੇ ਉਸ ਵੇਲੇ ਫਿਰ ਕੈਲਕੂਲੇਟ ਕੀਤਾ ਵੀ ਇਹ ਦੋਸਤ ਮੁਹੰਮਦ ਦੀ ਫਰੈਂਡਸ਼ਿਪ ਜ਼ਿਆਦਾ ਜ਼ਰੂਰੀ ਹੈ ਕਿ ਰਣਜੀਤ ਸਿੰਘ ਦੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਨੂੰ ਕਰਨਾ ਸੀ ਜੀ। ਉਹਨੇ ਫਿਰ ਡਿਸਾਈਡ ਕਰ ਲਿਆ ਵੀ ਦੋਸਤ ਮੁਹੰਮਦ ਨੂੰ ਛੱਡੋ, ਹੀ ਇਜ਼ ਅਨਰਿਲਾਇਬਲ, ਇਹ ਰਿਲਾਇਬਲ ਹੈ। ਫਿਰ ਵੀ ਉਹਨੇ ਫਿਰ ਇੱਕ ਟ੍ਰੀਪਾਰਟਾਈਟ ਟ੍ਰੀਟੀ ਕੀਤੀ ਜਿਹਦੇ ਵਿੱਚ ਸੀਗੇ ਰਣਜੀਤ ਸਿੰਘ, ਅੰਗਰੇਜ਼ ਤੇ ਸ਼ਾਹ ਸ਼ਾਹ। ਉਹਨੇ ਫਿਰ ਫੈਸਲਾ ਕੀਤਾ ਇਹ ਜਿਹੜਾ ਸ਼ਾਹ ਸ਼ਾਹ ਸੀ ਇਹ ਵੀ ਅਬਦਾਲੀ ਦੇ ਖਾਨਦਾਨ ਚੋਂ ਸੀ। ਅੱਛਾ, ਵੀ ਇਹ ਦੋਸਤ ਮੁਹੰਮਦ ਤੋਂ ਲਾ ਕੇ ਸ਼ਾਹ ਸ਼ਾਹ ਨੂੰ ਬਿਠਾ ਲੈਣਾ ਅਫਗਾਨਿਸਤਾਨ ਦੇ ਤਖਤ ਦੇ ਉੱਤੇ। ਇਹ ਟ੍ਰੀਟੀ ਹੋ ਗਈ ਤਾਂ ਫਿਰ ਇਹ 1840-41 ਵਿੱਚ ਫਸਟ ਐਂਗਲੋ ਅਫਗਾਨ ਵਾਰ ਹੋਈ। ਅੱਛਾ, ਹਾਂ, ਉਹਦੇ ਵਿੱਚ ਸਿੱਖ ਸੋਲਜਰ ਵੀ ਗਏ ਵਿੱਚ, ਉਹਦੇ ਸਿੱਖ ਸੋਲਜਰ ਗਏ। ਇਹਨੀ ਉਹੀ ਪਹਿਲਾਂ ਤਾਂ ਹੱਲਾ ਦੇ ਕੇ ਸਾਰੇ
ਜਿੱਤ ਲੈ, ਹਰਾਤੇ ਜਾ ਕੇ। ਉਹ ਸ਼ਾਹ ਨੂੰ ਬਿਠਾ ਦਿੱਤਾ ਉੱਥੇ ਜਾ ਕੇ, ਵੀ ਤੂੰ ਬਾਰਾ ਦੋਸਤ ਮੁਹੰਮਦ ਦੌੜ ਗਿਆ ਪਹਾੜੀਆਂ ਪੂੜੀਆਂ ਦੇ ਵਿੱਚ ਕਿਤੇ, ਠੀਕ ਹੈ ਨਾ। ਉਹ ਦੋਸਤ ਮੁਹੰਮਦ ਦੌੜ ਗਿਆ, ਸ਼ਾਹ ਮੁਹੰਮਦ ਹੋ ਗਿਆ ਉੱਥੇ, ਸ਼ਾਹ ਬਿਠਾ ਲਿਆ ਉਹ, ਪਰ ਉਹ ਕਬਜ਼ਾ ਤਾਂ ਹੀ ਨਹੀਂ ਕਰ ਲਿਆ, ਪਰ ਫੇਰ ਬਗਾਵਤਾਂ ਹੋਣ ਲੱਗ ਪਈਆਂ ਜੀ। ਫੇਰ ਬਗਾਵਤਾਂ, ਉਹ ਬਗਾਵਤਾਂ ਦੁਬਾਰਾ ਨਾ ਹੋਣ ਜਾ ਕੇ, ਉਹ ਬਗਾਵਤਾਂ ਦੇ ਦੌਰ ਦੇ ਵਿੱਚ ਹੀ ਉਹ ਸ਼ਾਹ ਕਤਲ ਕਰਤਾ ਗਿਆ। ਅੱਛਾ, ਸ਼ਾਹ ਕਤਲ ਕਰਦਾ। ਇਹ ਜਿਹੜੇ ਅੰਗਰੇਜ਼ ਆ ਇਹ ਫਿਰ ਜਦ ਵਾਪਸੀ ਤੇ ਆਏ, ਫਿਰ ਵਾਪਸੀ ਤੇ ਜਿੱਤ ਕੇ ਆਏ ਆਪਸ ਵਿੱਚ, ਅਸੀਂ ਹੁਣ ਬਿਠਾ ਦਿੱਤਾ ਜਾਵੇ। ਜਲਾਲਾਬਾਦ ਦੇ ਰਾਹੀਂ ਜਦ ਬਾਅਦ ਆਏ ਤਾਂ ਉਹ ਟਰਾਈਬਲ ਪੀਪਲ, ਇਹਨਾਂ ਹੀ ਪਖਤੂਨਾਂ ਨੇ ਇਕੱਠੇ ਹੋ ਕੇ ਜੀ ਸਾਰੇ ਲਸ਼ਕਰ ਬਣਾ ਕੇ ਉਹਨਾਂ ਤੇ ਹਮਲਾ ਕਰਕੇ 320,000 ਅੰਗਰੇਜ਼ ਸੋਲਜਰ ਮਾਰਿਆ ਨਹੀਂ ਉੱਥੇ। ਅੱਛਾ, ਪਹਿਲੀ ਸਗਤ 20,000 ਸੋਲਜਰ ਮਾਰਿਆ ਤਾਂ ਇੱਕ ਡਾਕਟਰ ਬਰਾਈਡਨ ਛੱਡ ਦਿੱਤਾ। ਉਹ ਇਸ ਗੱਲ ਦੇ ਕਹਿੰਦੇ ਤੈਨੂੰ ਛੱਡਿਆ ਵੀ ਜਾ ਕੇ ਦੱਸ ਦੇ ਵੀ ਆਹ ਹਾਲ ਹੋਇਆ ਤੁਹਾਡਾ, ਠੀਕ ਹੈ ਨਾ ਜੀ। ਅੱਛਾ, ਉਹ ਚਲੋ ਜੀ ਰੌਲਾ ਹੋ ਗਿਆ। ਮੁੜ ਕੇ ਫਿਰ ਦੋਸਤ ਮੁਹੰਮਦ ਜਿਹੜਾ ਹੈਗਾ, ਦੋਸਤ ਮੁਹੰਮਦ ਨੇ ਫਿਰ ਇਹਨਾਂ ਨਾਲ ਸੰਧੀ ਕਰ ਲਈ ਵੀ ਚਲੋ ਮੈਂ ਮੰਨ ਲਊਂਗਾ ਜਿੱਥਾ ਕਿ ਜਿੱਦਾਂ ਹੈਗਾ ਵੀ ਤੁਸੀਂ ਮੈਨੂੰ ਬਾਦਸ਼ਾਹ ਮੰਨ ਲਓ। ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਬਜ਼ਾ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ 1839 ਚ। ਅੱਛਾ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ। ਬਾਕੀ ਪੰਜਾਬ ਦਾ ਤੁਹਾਨੂੰ ਪਤਾ ਵੀ ਕੀ ਹਾਲ ਹੋਇਆ, ਮਗਰ ਰੌਲਾ ਪੈ ਗਿਆ ਜੀ। ਉਹ ਫਿਰ ਚੱਲਦਾ ਗਿਆ ਜੀ ਕੰਮ, ਏਦਾਂ ਹੀ ਚੱਲਦਾ ਗਿਆ ਕੰਮ ਦਾ ਕੇ। ਪਰ ਉਹ ਟਿਕਟਕਾਈ ਨਹੀਂ ਉੱਥੇ ਹੋਈ ਜਾ ਕੇ, ਟਿਕਟਕਾਈ ਨਹੀਂ ਜਿਸ ਵੇਲੇ ਹੋਈ ਤਾਂ ਉਹ ਫਿਰ 1878 ਦੇ ਵਿੱਚ ਜਿਸ ਵੇਲੇ ਲਾਰਡ ਲਿਟਨ ਆਇਆ ਤੇ ਇਹਨਾਂ ਨੂੰ ਫਿਰ ਉਹੀ ਖਤਰਾ ਪਿਆ। ਇਹ ਫਿਰ ਸੈਕੰਡ ਅਫਗਾਨ ਵਾਰ ਹੋਈ। ਉਹਦੇ ਵਿੱਚ ਵੀ ਇੱਦਾਂ ਹੀ ਹੋਇਆ ਕੁਝ ਬਹੁਤਾ, ਜਿੱਦਾਂ ਕਹਿ ਲਓ ਫੈਸਲਾ ਕਿਸੇ ਦਾ ਦਬਾਅ ਲੈ ਉਹ ਨਹੀਂ ਜਾ ਕੇ, ਪਰ ਉੱਥੇ ਕੋਈ ਕਿਸੇ ਨਤੀਜੇ ਤੇ ਨਹੀਂ ਪਹੁੰਚੇ। ਪਰ ਇਹਨਾਂ ਦਾ ਇੱਦਾਂ ਹੋ ਗਿਆ ਵੀ ਅਸੀਂ ਤੁਹਾਡੀ ਫੋਰਨ ਪਾਲਿਸੀ ਜਿਹੜੀ ਹੈਗੀ ਅਸੀਂ ਡਿਸਾਈਡ ਕਰਾਂਗੇ, ਇੱਦਾਂ ਕਰਾਂਗੇ, ਕੁਛ ਸ਼ਰਤਾਂ ਲਾ ਕੇ ਅੰਗਰੇਜ਼ ਉੱਥੋਂ ਜਿਹੜੇ ਆ ਗਏ। ਉੱਥੋਂ ਫਿਰ 1893 ਦੇ ਵਿੱਚ ਜਾ ਕੇ ਉਹ ਬਾਉਂਡਰੀ ਨਹੀਂ ਸੀ ਕਲੀਅਰ ਹੁੰਦੀ ਵੀ ਅਫਗਾਨਿਸਤਾਨ ਕਿਹੜਾ ਹੈ ਤਾਂ ਅੰਗਰੇਜ਼ਾਂ ਦਾ ਰਾਜ ਕਿਹੜਾ ਆ। ਹੁਣ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ ਉਹ ਉਹੀ ਰਾਜ ਸੀ ਜਿਹੜਾ ਪਹਿਲਾਂ ਸਿੱਖ ਰਾਜ ਸੀਗਾ, ਕਿਉਂਕਿ 1849 ਵਿੱਚ ਅੰਗਰੇਜ਼ਾਂ ਨੇ ਸਿੱਖ ਜਿੱਤ ਲਏ, ਪੰਜਾਬ ਤੇ ਕਬਜ਼ਾ ਕਰ ਲਿਆ। ਪੰਜਾਬ ਫਿਰ ਅੰਗਰੇਜ਼ਾਂ ਦਾ ਹਿੱਸਾ ਬਣ ਗਿਆ। ਜਿਸ ਵੇਲੇ ਪੰਜਾਬ ਅੰਗਰੇਜ਼ਾਂ ਦਾ ਹਿੱਸਾ ਬਣ ਗਿਆ ਤਾਂ ਉਹ ਜਿਹੜੇ ਅਫਗਾਨਿਸਤਾਨ ਦੇ ਹਿੱਸੇ ਸਿੱਖਾਂ ਦੇ ਕੋਲ ਸੀ ਉਹ ਵੀ ਅੰਗਰੇਜ਼ਾਂ ਦਾ ਹਿੱਸਾ ਬਣ ਗਏ। ਬਿਲਕੁਲ ਠੀਕ ਹੈ ਨਾ ਜੀ। ਉਹ ਪਿਸ਼ਾਵਰ ਅੰਗਰੇਜ਼ਾਂ ਦੇ ਕੋਲ ਆ ਗਿਆ। ਉੱਥੇ ਫਿਰ ਉਹ ਕਹਿਣ ਸਾਡਾ ਇਲਾਕਾ ਹੈ। ਉੱਥੇ ਫਿਰ ਇਹ ਹੋਇਆ ਜਾ ਕੇ ਜੀ ਵੀ ਇਹ ਬਾਉਂਡਰੀ ਜਿਹੜੀ ਹੈ ਡਿਸਾਈਡ ਕਰੋ ਕਿ ਕਿਹੜੇ ਆ, ਕਿ ਅੰਗਰੇਜ਼ਾਂ ਦਾ ਇਲਾਕਾ ਕਿਹੜਾ ਆ ਤੇ ਅਫਗਾਨਾਂ ਦਾ ਇਲਾਕਾ ਕਿਹੜਾ ਹੈ। ਉਹਦੇ ਲਈ ਫਿਰ ਇੱਕ ਡੂਰੈਂਡ ਆਇਆ ਜੀ। ਉਹ ਡੂਰੈਂਡ ਆਇਆ ਤੇ ਉਹਨੂੰ ਅਬਦੁਲ ਰਹਿਮਾਨ ਬਾਦਸ਼ਾਹ ਦਾ ਨਾਂ ਸੀ ਉਸ ਵੇਲੇ ਅਫਗਾਨਿਸਤਾਨ ਦੇ। ਫਿਰ 1893 ਦੇ ਵਿੱਚ ਡੂਰੈਂਡ ਦੇ ਵਿੱਚ ਔਰ ਅਬਦੁਲ ਰਹਿਮਾਨ ਦੇ ਵਿੱਚ ਇੱਕ ਟ੍ਰੀਟੀ ਹੋ ਕੇ ਬਾਉਂਡਰੀ ਵੱਜ ਗਈ। ਅੱਛਾ, ਫਿਰ ਵੀ ਆ ਉਹਨੂੰ ਹੁਣ ਡੂਰੈਂਡ ਲਾਈਨ ਕਹਿੰਦੇ ਆ ਅਜੇ ਵੀ ਹੈਗੀ ਡੂਰੈਂਡ ਲਾਈਨ ਆ। ਉਹ ਡੂਰੈਂਡ ਲਾਈਨ ਉਹਦੀ ਬਾਤ ਦੀ ਗਾ ਕੇ ਵੀ ਆਹ ਜਿਹੜੀ ਹੈਗੀ ਆ ਇਹਨਾਂ ਦਾ ਬਾਰਡਰ ਆ, ਹੁਣ ਆ ਉਹਨਾਂ ਦਾ ਬਾਰਡਰ ਆ। ਜੇ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਨਾ ਜਿੱਤਦਾ ਤਾਂ ਅੱਜ ਪਿਸ਼ਾਵਰ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ। ਹੁਣ ਉਹ ਪਿਸ਼ਾਵਰ ਅਫਗਾਨਿਸਤਾਨ ਦਾ ਹਿੱਸਾ ਨਹੀਂ, ਉਹ ਪਾਕਿਸਤਾਨ ਦਾ ਹਿੱਸਾ ਆ, ਕਿਉਂਕਿ ਉਹਨੇ ਲਾਈਨ ਖਿੱਚ ਦਿੱਤੀ ਉਸ ਵੇਲੇ। ਇਸ ਕਰਕੇ ਪਾਕਿਸਤਾਨ ਨੂੰ ਜਿਹੜੇ ਇਹ ਇਲਾਕੇ ਮਿਲੇ ਹੋਏ ਆ, ਇਹ ਇਸ ਕਰਕੇ ਮਿਲੇ ਹੋਏ ਆ ਜਾ ਕੇ ਕਿਉਂਕਿ ਇਹ ਰਣਜੀਤ ਸਿੰਘ ਨੇ ਜਿੱਤ ਲਏ ਸੀਗੇ। ਰਣਜੀਤ ਸਿੰਘ ਨੂੰ ਜਿੱਤਣ ਤੋਂ ਬਾਅਦ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਏ। ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਏ ਤਾਂ ਅੰਗਰੇਜ਼ਾਂ ਦੇ ਜਾ ਕੇ ਡੂਰੈਂਡ ਲਾਈਨ ਦੇ ਨਾਲ ਆਪਣਾ ਪੱਕਾ ਕੰਮ ਕਰ ਲਿਆ ਜਾ ਕੇ। ਸੋ ਇਹ ਹੁਣ ਉਹਦਾ ਕੀ ਰਿਜ਼ਲਟ ਹੋਇਆ? ਉਹਦਾ ਰਿਜ਼ਲਟ ਹੋਇਆ ਇਹ ਪਖਤੂਨ ਡਿਵਾਈਡ ਹੋ ਗਏ। ਇਹ ਜਿਹੜੇ ਪਖਤੂਨ ਆ ਅੱਧੇ ਇੱਧਰ ਪਾਕਿਸਤਾਨ 'ਚ ਆ ਗਏ, ਕਈ ਕਹਿੰਦੇ ਪਾਕਿਸਤਾਨ ਜਾਂਦੇ ਆ, ਕੋਈ ਕਹਿੰਦਾ ਅਫਗਾਨਿਸਤਾਨ ਜਾਂਦੇ ਜਾ ਕੇ। ਉਹ ਐਂ ਲਾਈਨ ਡਰਾ ਹੋ ਗਈ। ਉਹ ਜਿਹੜੀ ਲਾਈਨ ਡਰਾ ਸੀ ਉਹ ਫਿਰ ਪਖਤੂਨ ਫਰੀਲੀ ਜਾਂਦੇ ਸੀ ਇੱਧਰੋਂ ਉੱਧਰੋਂ ਇੱਧਰ। ਪਹਾੜੀ ਇਲਾਕਾ, ਖੁਸ਼ਕ ਪਹਾੜੀ ਇਲਾਕਾ ਸੀ, ਬੈਰਨ ਵੈਲੀਜ਼ ਸੀਗੀਆਂ ਉਹ ਜਾ ਕੇ। ਉਹ ਜਦੋਂ ਉੱਥੋਂ ਜਾਂਦੇ ਸੀਗੇ, ਉਹ ਹੁਣ ਤਾਂ ਮੈਨੂੰ ਪਤਾ ਲੱਗਾ ਉਹ ਨਹੀਂ ਕਿਹਾ ਵੀ ਬਹੁਤ ਲੰਮੀ ਜਿਹੜੀ ਹੈਗੀ ਪਾਕਿਸਤਾਨ ਨੇ ਉੱਥੇ ਬਣਾਤੀ ਹੈ, ਫੈਂਸ ਬਣਾਤੀ, ਬਹੁਤ ਸਿਕਿਉਰਿਟੀ ਵਧਾਤੀ, ਬਹੁਤ ਫੈਂਸ ਬਣਾਤੀ ਵੀ ਇੱਧਰ ਉੱਧਰ ਨਾ ਜਾ ਸਕਣ। ਹੁਣ ਇਹ ਇੱਧਰ ਉੱਧਰ ਉੱਦਾਂ ਹੀ ਜਾਂਦੇ ਆ ਜਾ ਕੇ। ਹੁਣ ਫੈਂਸ ਸਾਹਿਬ ਦੇਖੋ, ਹੁਣ ਆ ਜੇ ਤੁਸੀਂ ਦੇਖੇ ਜਾਵੇ ਹੁਣ ਆਪਣੇ ਪੰਜਾਬ ਦਾ ਤਾਂ ਜਿਹੜਾ ਲਾਹੌਰ ਵਾਲ ਦਾ ਪੰਜਾਬ ਆ, ਰਿਲੀਜਨ ਨੂੰ ਛੱਡ ਦਿਓ ਜਾ ਕੇ, ਬਾਕੀ ਤਾਂ ਇੱਕੋ ਹੀ ਗੱਲ ਬਣਦੀ ਜਾ ਕੇ। ਜਿਓਗ੍ਰਾਫੀਕਲੀ ਉਹੀ ਫਸਲਾਂ ਨੇ, ਉਹੀ ਸਭ ਕੁਝ ਕਰਦੇ ਆ। ਮੈਂ ਕਿਸੇ ਨੇ ਪੜ੍ਹਿਆ ਸੀ, ਉਹ ਕਹਿੰਦੇ ਜੇ ਦੇਖਣਾ ਹੋਵੇ ਵੀ ਇਹਨਾਂ ਦਾ ਕਲਚਰ ਇਹ ਕਹਿੰਦੇ ਗਾਲਾਂ ਦੇਖੋ ਵੀ ਗਾਲਾਂ। ਉਹ ਮੈਂ ਇੱਕ ਮੁਸਲਮਾਨ ਸੀ, ਉਹ ਵੀ ਉਹੀ ਗਾਲਾਂ ਕੱਢੇ ਜਿਹੜੇ ਇੱਥੇ ਕੱਢ ਤੇਰੀ ਬਾਤ। ਫਿਰ ਉਸ ਤੋਂ ਬਾਅਦ ਕੀ ਹੋਇਆ? ਦੇਖੋ, ਜਿਸ ਵੇਲੇ ਡੂਰੈਂਡ ਲਾਈਨ ਫਿਕਸ ਹੋ ਗਈ ਜੀ, ਡੂਰੈਂਡ ਲਾਈਨ ਤੋਂ ਬਾਅਦ ਇਲਾਕੇ ਹੋ ਗਿਆ ਪਿਆ ਅੰਗਰੇਜ਼ਾਂ ਦਾ ਇਲਾਕਾ, ਅਫਗਾਨਾਂ ਦਾ ਇਲਾਕਾ। ਫਿਰ ਜਿਹੜੀ ਅਗਲੀ ਥਰਡ ਵਾਰ ਹੋਈ ਆ 1919 ਦੇ ਵਿੱਚ, ਉਹ ਪਹਿਲਾਂ ਅੰਗਰੇਜ਼ਾਂ ਨੇ ਇਹ ਹੱਕ ਰੱਖ ਲਿਆ ਸੀ ਆਪਣਾ ਵੀ ਤੁਹਾਡੀ ਜਿਹੜੀ ਫੋਰਨ ਪਾਲਿਸੀ ਹੈ ਉਹ ਸਾਡੇ ਹੱਥ ਹੋਊਗੀ। ਉਸ ਵੇਲੇ ਉਹਨੇ ਉਹ ਵੀ ਛੱਡ ਦਿੱਤੀ 1919 ਚ। ਉਹ ਤੋਂ ਬਾਅਦ ਬਾਦਸ਼ਾਹ ਚੱਲਦੀ ਗਈ। 1933 ਦੇ ਵਿੱਚ ਕਿੰਗ ਜ਼ਹੀਰ ਸ਼ਾਹ ਆ ਗਿਆ ਉੱਥੇ।
अच्छा ਅਫਗਾਨਿਸਤਾਨ ਵਿੱਚ। ਕਿੰਗ ਜ਼ਹੀਰ ਸ਼ਾਹ ਨੇ ਫਿਰ ਇੰਡੀਆ ਆਜ਼ਾਦ ਹੋ ਗਿਆ 1947 ਦੇ ਵਿੱਚ, ਜੀ। ਇਹ ਹੋ ਗਿਆ ਇਲਾਕੇ, ਉਹ ਹੋ ਗਏ, ਉਹ ਪਾਕਿਸਤਾਨ ਨੂੰ ਚਲੇ ਗਿਆ, ਉਧਰ ਉਹ ਚਲੇ ਗਿਆ, ਇਹ ਫਿਰ ਤਿੰਨੇ ਹੀ ਮੁਲਕ ਆਪਣੇ ਆਪਣੇ ਕਹਿ ਲਗਾ ਪ੍ਰੈਜ਼ੈਂਟ ਸ਼ਕਲ ਦੇ ਵਿੱਚ ਆ ਗਏ। ਇੰਡੀਆ ਦੀ ਬਾਰਡਰ ਜਿਹੜਾ ਹੈਗਾ ਆ ਉਹ ਰੈੱਡ ਕਲਿਫ ਲਾਈਨ ਹੋ ਗਈ, ਉਹ ਡੂਰੈਂਟ ਲਾਈਨ ਹੋ ਗਈ, ਇਧਰ ਚੀਨ ਵਾਲ ਮੈਕਮੋਹਨ ਲਾਈਨ ਹੋ ਗਈ। ਠੀਕ ਹੈ, ਤਿੰਨੇ ਹੀ ਹੋ ਗਏ, ਤਿੰਨੇ ਇਲਾਕੇ ਹੋ ਗਏ। ਉੱਥੋਂ ਫਿਰ ਜਿਸ ਵੇਲੇ 1947 ਤੋਂ ਬਾਅਦ ਕਿੰਗ ਜ਼ਹੀਰ ਸ਼ਾਹ ਰਾਜ ਕਰਦਾ ਜੀ, 1973 ਦੇ ਵਿੱਚ ਉੱਥੇ ਕਿੰਗ ਜ਼ਹੀਰ ਸ਼ਾਹ ਇਟਲੀ ਨੂੰ ਗਿਆ ਆਇਆ ਸੀਗਾ ਜੀ। ਅੱਛਾ ਮਗਰੋਂ ਉਹਦੇ ਕਜ਼ਨ ਨੇ ਕੂ ਕਰ ਦਿੱਤਾ ਜੀ, ਅੱਛਾ ਜੀ, ਉਹ ਕਬਜ਼ਾ ਕਰ ਲਿਆ ਜੀ ਆਪਣੇ ਦਾਊਦ ਨੇ ਅਫਗਾਨਿਸਤਾਨ ਦੇ। ਦਾਊਦ ਨੇ ਕਬਜ਼ਾ ਕਰਕੇ ਨਾਲੇ ਇਹ ਕਰ ਦਿੱਤਾ ਵੀ ਬਾਦਸ਼ਾਹਤ ਖਤਮ, ਇੱਥੇ ਹੁਣ ਬਾਦਸ਼ਾਹਤ ਨਹੀਂ ਹੋਊਗੀ, ਇੱਥੇ ਡੈਮੋਕ੍ਰੈਟਿਕ ਰਾਜ ਹੋਊਗਾ। ਅੱਛਾ, ਦਾਊਦ ਨੇ ਕਿਹਾ। ਉਹ ਉੱਥੇ ਗਿਆ ਸੀਗਾ ਜੀ, ਤੁਸੀਂ ਡੈਮੋਕ੍ਰੈਟਿਕ ਰਾਜ ਆਪਾਂ ਕਹਿ ਸਕਦੇ ਹਾਂ ਵੀ ਅਹਿਮਦ ਸ਼ਾਹ ਅਬਦਾਲੀ ਦੀ ਬਾਦਸ਼ਾਹਤ ਜਿਹੜੀ 1747 ਚ ਕੀਤੀ ਸੀ, ਉਹ 225 ਸਾਲ ਦੇ ਬਾਅਦ ਅਫਗਾਨਿਸਤਾਨ ਦੇ ਵਿੱਚ 1973 ਦੇ ਵਿੱਚ ਖਤਮ ਹੋ ਗਈ। ਅੱਛਾ, ਫਿਰ ਕੀ ਹੋਇਆ? 1973 ਦਾਊਦ ਨੇ ਰਾਜ ਕਰਨਾ। ਦਾਊਦ ਜਿਹੜਾ ਸੀਗਾ ਉਹਨਾਂ ਸੈਕੂਲਰ ਰਾਜ ਕੀਤਾ, ਡੈਮੋਕ੍ਰੈਟਿਕ ਜਿੱਦਾਂ ਦਾ ਸੀਗਾ ਉਹਨੂੰ ਕੀਤਾ ਨਾਲ, ਪਰ ਉਹ ਜਾ ਕੇ ਰੂਸੀਆ ਨੂੰ ਇਗਨੋਰ ਕਰਨ ਲੱਗ ਪਿਆ। ਰੂਸੀਆ ਨੂੰ ਜਿਸ ਵੇਲੇ ਇਗਨੋਰ ਕਰਨ ਲੱਗ ਪਿਆ, ਉਸੇ ਜਦ ਉਹ ਡੈਮੋਕ੍ਰੈਟ ਰਾਜ ਕੀਤਾ ਤਾਂ ਇੱਕ ਪ੍ਰੋਗਰੈਸਿਵ ਡੈਮੋਕ੍ਰੈਟਿਕ ਪਾਰਟੀ ਆਫ ਅਫਗਾਨਿਸਤਾਨ ਬਣ ਗਈ। ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ ਟੀਵੀ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਜ ਸਾਡੇ ਵਿੱਚੋਂ ਬਹੁਤਿਆਂ ਲਈ ਦੇਸ਼ ਪ੍ਰਦੇਸ਼ ਹੋ ਚੁੱਕਾ ਹੈ ਤੇ ਪ੍ਰਦੇਸ਼ ਦੇਸ਼, ਪਰ ਆਪਣੇ 'ਚੋਂ ਕਿੰਨੇ ਲੋਕ ਹਨ ਜਿਨ੍ਹਾਂ ਲਈ ਦੇਸ਼ ਬੇਸ਼ੱਕ ਪ੍ਰਦੇਸ਼ ਬਣ ਚੁੱਕਾ ਹੈ, ਪਿੱਛੇ ਵੀ ਹੁਣ ਪਰਿਵਾਰ ਜਾਂ ਜਾਇਦਾਦ ਵੀ ਨਹੀਂ ਹੈ, ਇੱਥੇ ਸਵਰਗ ਵਰਗੇ ਮੁਲਕ ਦੇ ਵਿੱਚ ਬੈਠੇ ਹਾਂ ਜਿੱਥੇ ਪਤਝੜ ਦੇ ਵਿੱਚ ਵੀ ਇੰਨੀ ਖੂਬਸੂਰਤੀ ਹੈ, ਰੰਗੀਨ ਹੈ, ਪਰ ਫਿਰ ਵੀ ਅਸੀਂ ਆਪਣੇ ਪੰਜਾਬ ਨੂੰ, ਆਪਣੀ ਜਨਮ ਭੂਮੀ ਨੂੰ ਭੁੱਲ ਨਹੀਂ ਸਕਦੇ। ਹਮੇਸ਼ਾ ਖੈਰ ਮੰਗਦੇ ਹਾਂ। ਜੋ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਕੱਲੇ ਬਾਹਰ ਆਏ ਹੋਏ ਹਨ, ਉਹਨਾਂ ਨੂੰ ਪੁੱਛ ਕੇ ਵੇਖੋ ਪਰਿਵਾਰ ਦਾ ਵਿਛੋੜਾ ਕੀ ਹੁੰਦਾ ਹੈ ਤੇ ਪ੍ਰਦੇਸ਼ ਕੀ ਹੁੰਦਾ ਹੈ। ਮੁਲਕ ਦੇ ਵਿੱਚ ਬੇਈਮਾਨੀ ਨਾ ਹੋਵੇ, ਭ੍ਰਿਸ਼ਟਾਚਾਰ ਨਾ ਹੋਵੇ, ਸਿਸਟਮ ਠੀਕ ਹੋਵੇ ਤਾਂ ਕੀ ਲੋੜ ਹੈ ਪਰਦੇਸੀ ਹੋਣ ਦੀ। ਆਪਾਂ ਗੱਲ ਕਰ ਰਹੇ ਸੀ ਪਬਲਿਕ ਇਵੈਂਟਸ ਦੀ ਕਿ ਖੇਡਾਂ ਦੇ ਸਟੇਡੀਅਮਸ ਦੇ ਵਿੱਚ ਵੀ ਰੌਣਕਾਂ ਵਾਪਸ ਆ ਗਈਆਂ ਹਨ, ਸਿਨੇਮਾ ਦੇ ਵਿੱਚ ਰੌਣਕਾਂ ਲੱਗ ਗਈਆਂ ਹਨ, ਪਰ ਉੱਥੇ ਵੀ ਦਰਸ਼ਕਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾ ਰਿਹਾ ਹੈ। ਪੰਜਾਬੀ ਹੈਰੀਟੇਜ ਥੀਏਟਰ ਸੁਸਾਇਟੀ ਆਫ ਅਲਬਰਟਾ ਵੱਲੋਂ ਬੜੀ ਦੇਰ ਬਾਅਦ ਨਾਟਕ ਖੇਡਿਆ ਜਾ ਰਿਹਾ ਹੈ ਇੱਕੋ ਰਾਸ ਵੱਲੜਾ, ਜੋ ਡਾਕਟਰ ਸਾਹਿਬ ਸਿੰਘ ਹੁਣਾਂ ਦਾ ਲਿਖਿਆ ਹੋਇਆ ਹੈ ਤੇ ਡਾਇਰੈਕਟਰ ਹਨ ਪਰਮਜੀਤ ਸਿੰਘ ਗਿੱਲ। ਇਹ ਨਾਟਕ ਕਿਸਾਨੀ ਸੰਘਰਸ਼ ਦੇ ਨਾਲ ਸੰਬੰਧਿਤ ਹੈ ਅਤੇ ਐਤਵਾਰ 17 ਅਕਤੂਬਰ ਨੂੰ ਐਡਮਿੰਟਨ ਦੇ ਫੈਸਟੀਵਲ ਪਲੇਸ ਵਿਖੇ ਬਾਅਦ ਦੁਪਹਿਰ 2 ਵਜੇ ਖੇਡਿਆ ਜਾ ਰਿਹਾ ਹੈ। ਟਿਕਟ ਮੁਫਤ ਹੈ, ਪਰ ਐਂਟਰੀ ਲਈ ਤੁਹਾਡੇ ਕੋਲ ਆਈਡੀ, ਵੈਕਸੀਨੇਸ਼ਨ ਦਾ ਸਬੂਤ ਅਤੇ ਟਿਕਟ ਹੋਣੀ ਚਾਹੀਦੀ ਹੈ। ਟਿਕਟਾਂ ਅਤੇ ਜਾਣਕਾਰੀ ਦੇ ਵਾਸਤੇ ਤੁਸੀਂ ਪਰਮਜੀਤ ਸਿੰਘ ਗਿੱਲ ਹੁਣਾਂ ਨੂੰ ਜਾਂ ਫਿਰ ਨਿਰਮਲ ਸਿੰਘ ਗਿੱਲ ਹੁਣਾਂ ਨੂੰ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਤੇ ਹੁਣ ਪੇਸ਼ ਹੈ ਅਨਮੋਲ ਯਾਦਾਂ ਦੇ ਵਿੱਚੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੇ ਨਾਲ ਇੱਕ ਬਹੁਤ ਪੁਰਾਣੀ ਇੰਟਰਵਿਊ ਜੋ ਵਿਨੀਪੈਗ ਦੇ ਵਿੱਚ ਰਾਜ ਮਾਨ ਹੁਣਾਂ ਨੇ ਕੀਤੀ ਸੀ ਦੇਸ਼ ਪੰਜਾਬ ਟੀਵੀ ਪ੍ਰੋਗਰਾਮ ਦੇ ਵਿੱਚ। ਇਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਪ੍ਰੋਗਰਾਮ ਵੇਖ ਰਹੇ ਭੈਣ ਭਰਾਵਾਂ ਤੇ ਮਾਣਯੋਗ ਬਜ਼ੁਰਗੋ, ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਜੀ ਨੂੰ ਜਾਣ ਕੇ ਅੱਜ ਬੜੀ ਖੁਸ਼ੀ ਹੋਵੇਗੀ ਕਿ ਪੰਜਾਬ ਦੇ ਲੋਕ ਸੰਗੀਤ ਦੀ ਰੂਹ ਸੁਰਿੰਦਰ ਕੌਰ ਜੀ ਇੱਥੇ ਸਟੂਡੀਓ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ ਹਾਂ। ਪਹਿਲਾਂ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਬੁਲਾਇਆ ਇੱਥੇ, ਤੇ ਮੈਂ ਸਾਰਿਆਂ ਦੇ ਅੱਜ ਦਰਸ਼ਨ ਕਰਾਂਗੀ ਔਰ ਸਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ ਮੈਨੂੰ। ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡਾ ਉਹ ਕਿਹੜਾ ਪਹਿਲਾ ਗੀਤ ਸੀ ਜਿਹੜਾ ਤੁਸੀਂ ਰਿਕਾਰਡ ਕਰਾਇਆ? ਪਹਿਲਾ ਗੀਤ ਸੰਨ 43 ਵਿੱਚ। ਅੱਛਾ। ਮੈਂ ਤੇ ਮੇਰੀ ਵੱਡੀ ਭੈਣ ਪ੍ਰਕਾਸ਼ ਨੇ ਮਾਵਾਂ ਤੇ ਧੀਆਂ ਦੀ ਦੋਸਤੀ, ਸੜਕੇ ਸੜਕੇ ਜਾਂਦੀ ਹੈ ਮੁਟਿਆਰੇ ਨਹੀਂ। ਹਾਂਜੀ। ਇਹ ਦੋ ਗਾਣੇ ਬੜੇ ਪਾਪੂਲਰ ਅੱਜ ਤੱਕ ਕਾਇਮ ਨੇ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ। ਤੁਹਾਡੇ ਉਸਤਾਦ ਕੌਣ ਸਨ? ਮੇਰੇ ਉਸਤਾਦ ਮਾਸਟਰ ਨਾਇਬ ਹੁਸੈਨ ਪਾਕਿਸਤਾਨ ਵਿੱਚ ਨੇ, ਹਾਂਜੀ। ਵੱਡੇ ਗੁਲਾਮ ਅਲੀ ਦੇ ਭਾਂਜੇ ਨੇ ਉਹ। ਹਾਂਜੀ। ਤੇ ਮੈਂ ਉਹਨਾਂ ਕੋਲੋਂ ਸਿੱਖੀ ਹਾਂ। ਫਿਰ ਮੈਂ ਸਲਾਮਤ ਨਜ਼ਾਕਤ ਜਿਹੜੇ ਬੜੇ ਮਸ਼ਹੂਰ ਕਲਾਸੀਕਲ ਗਾਉਣ ਵਾਲੇ ਨੇ, ਉਹਨਾਂ ਦੇ ਚਾਚਾ ਜੀ ਕੋਲੋਂ ਵੀ ਮੈਂ ਤਾਲੀਮ ਲਈ ਹੈ।
ਤਾਲੀਮ ਤੇ ਮੈਂ ਅੱਜ ਤੱਕ ਲੈਂਦੀ ਹਾਂ, ਕਿਸੇ ਨਾ ਕਿਸੇ ਕੋਲ ਸਿੱਖਦੀ ਰਹਿੰਦੀ ਹਾਂ। ਮੈਨੂੰ ਸ਼ੌਕ ਹੈ ਗਾਣੇ ਦਾ ਬਹੁਤ। ਹਾਂਜੀ ਨੀ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ, ਦੂਜਾ ਰਾਤ ਦੀ ਉਹ ਨੀਂਦਰ ਨੇ ਮਾਰਿਆ। ਨੀ ਇੱਕ ਮੇਰੀ ਅੱਖ ਕਾਸ਼ਨੀ। ਪੰਜਾਬੀ ਲੋਕਾਂ ਨੇ, ਪੰਜਾਬੀਆਂ ਨੇ ਕਾਫੀ ਤੁਹਾਨੂੰ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ। ਤੁਸੀਂ ਇੰਨੇ ਲੰਮੇ ਅਰਸੇ ਤੋਂ ਗਾਉਂਦੇ ਆ ਰਹੇ ਹੋ, ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਆਰਟਿਸਟ ਜਿਉਂਦਾ ਹੀ ਹੈ ਜਿੰਨੀ ਦੇਰ ਉਹਦੇ ਲਿਸਨਰਸ ਕਾਇਮ ਨੇ। ਹਾਂਜੀ ਜਿੰਨੀ ਦੇਰ ਮੇਰੇ ਲਿਸਨਰ ਸੁਣਨਗੇ ਹਾਂਜੀ ਉਨੀ ਦੇਰ ਮੈਂ ਕਾਇਮ ਹਾਂ। ਔਰ ਮੈਨੂੰ ਬੜੀ ਚੰਗੀ ਫੀਲਿੰਗ ਹੁੰਦੀ ਹੈ। ਮੈਂ ਬਿਮਾਰ ਵੀ ਪਈ ਹੋਵਾਂ, ਜਿਸ ਵੇਲੇ ਮੈਂ ਮਾਸ ਵਿੱਚ ਲੋਕਾਂ 'ਚ ਜਾਂਦੀ ਹਾਂ, ਉਹਨਾਂ ਨੂੰ ਵੇਖਦੀ ਹਾਂ ਸਾਹਮਣੇ ਕਿ ਮੇਰੇ ਐਡਮਾਇਰਰਸ ਇੰਨੇ ਬੈਠੇ ਨੇ, ਮੈਨੂੰ ਜ਼ਿੰਦਗੀ ਮਿਲ ਜਾਂਦੀ। ਹੋਰ ਇਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ। ਚੰਨ ਕਿੱਥਾਂ ਗੁਜ਼ਾਰੀਏ, ਉਹ ਚੰਨ ਕਿੱਥਾਂ ਗੁਜ਼ਾਰੀਏ, ਰਾਤ ਵੇ ਮੇਰਾ ਜੀ ਦਲੀਲਾ ਦੇ ਬਾਤ ਵੇ, ਉਹ ਚੰਨ ਕਿੱਥਾਂ ਗੁਜ਼ਾਰੀਏ। ਕੋਠੇ ਤੇ ਫਿਰ ਕੋਠੜਾ ਮਾਈ ਹੇਠ ਵਗੇ ਦਰਿਆ ਕੋਠੇ ਤੇ ਫਿਰ ਕੋਠੜਾ ਮਾਈ ਹੇਠ ਵਗੇ ਦਰਿਆ ਮੈਂ ਮੱਛਲੀ ਦਰਿਆਏ ਦੀ, ਤੂੰ ਪਗਲਾ ਬਣ ਕੇ ਆ ਭਲਾ ਉਹ ਚੰਨ ਕਿੱਥਾਂ ਗੁਜ਼ਾਰੀਏ, ਰਾਤ ਵੇ ਮੇਰਾ ਜੀ ਦਲੀਲਾ ਦੇ ਬਾਤ ਵੇ, ਉਹ ਚੰਨ ਕਿੱਥਾਂ ਗੁਜ਼ਾਰੀਏ। ਤੁਸੀਂ ਜਦੋਂ ਗਾਉਣਾ ਸ਼ੁਰੂ ਕੀਤਾ ਉਸ ਜ਼ਮਾਨੇ ਦੇ ਸੰਗੀਤ ਦੇ ਵਿੱਚ ਤੇ ਜੋ ਅੱਜ ਕੱਲ ਸੰਗੀਤ ਵੱਜ ਰਿਹਾ ਹੈ, ਇਹਦੇ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ? ਮੈਂ ਬਹੁਤਾ ਇਸ ਦੇ ਬਾਰੇ ਨਹੀਂ ਕਹਾਂਗੀ ਕਿ ਕਈ ਲੋਕ ਕਹਿੰਦੇ ਨੇ ਕਿ ਇਹ ਵੱਡੀ ਹੋਣ ਦੇ ਨਾਤੇ ਸ਼ਾਇਦ ਕ੍ਰਿਟਿਸਾਈਜ਼ ਜ਼ਿਆਦਾ ਕਰਦੀ ਹੈ, ਪਰ ਸਾਡਾ ਵੇਲਾ ਜਿਹੜਾ ਸੀ ਨਾ, ਔਰ ਅੱਜ ਤੱਕ ਇਹ ਨਹੀਂ ਕਿ ਉਹ ਵੇਲਾ ਖਤਮ ਹੋ ਗਿਆ। ਅਜੇ ਤੱਕ ਅਸੀਂ ਉਹ ਚੀਜ਼ਾਂ ਗਾਈਆਂ ਨੇ ਜਿਹੜੀਆਂ ਜ਼ਿੰਦਗੀ ਦੇ ਨਾਲ ਤਾਲੁਕ ਰੱਖਦੀਆਂ ਨੇ, ਉਹ ਚੀਜ਼ਾਂ ਨੇ ਜਿਹੜੀਆਂ ਕਾਇਮ ਨੇ। ਕਿਸੇ ਮੁਲਕ ਦਾ ਵੀ ਅਸੀਂ ਆਪਣਾ ਸਾਹਿਤ ਜਿਹੜਾ ਵੇਖੀਏ, ਸਾਡੇ ਲੋਕ ਗੀਤਾਂ ਦੇ ਵਿੱਚ ਸਾਨੂੰ ਸਾਡੀ ਸਭਿਅਤਾ ਮਿਲਦੀ, ਹਾਂਜੀ ਉਹ ਇਸੇ ਕਰਕੇ ਉਹ ਚੀਜ਼ਾਂ ਕਾਇਮ ਨੇ। ਤੇ ਮੇਰਾ ਖਿਆਲ ਹੈ ਸਾਡੇ ਜਾਣ ਤੋਂ ਬਾਅਦ ਵੀ ਉਹ ਕਾਇਮ ਹੀ ਰਹਿਣਗੀਆਂ। ਮਾਵਾ ਤੇ ਧੀਆਂ ਰਲ ਬੈਠੀਆਂ ਨਿਮਾਏ, ਕੋਈ ਕਰਦੀਆਂ ਗੱਲਾੜੀਆਂ ਨੀ, ਕਣਕਾਂ ਲੰਮੀਆਂ ਤੀਆਂ ਕਿਉਂ ਜੰਮੀਆਂ ਨਿਮਾਏ। ਤੁਹਾਥੋਂ ਇਲਾਵਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਮੈਂਬਰ ਪਹਿਲਾਂ ਤੁਹਾਡੇ ਪਰਿਵਾਰ ਦੇ ਵਿੱਚ ਗਾਉਂਦਾ ਸੀ, ਜਾਂ ਅੱਜ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਪੂਰਨਿਆਂ ਤੇ ਚੱਲ ਕੇ ਉਹਨੇ ਪੰਜਾਬੀ ਗੀਤ ਸੰਗੀਤ ਨੂੰ ਅਪਣਾਇਆ ਹੈ? ਮੈਨੂੰ ਬੜੇ ਮਾਣ ਨਾਲ ਕਹਿੰਦੀ ਆ ਕਿ ਲੋਕ ਗੀਤ ਜਿਹੜੇ ਹਾਂਜੀ ਸਿਰਫ ਘਰਾਂ ਦੀਆਂ ਨੁਕਰਾਂ ਤੱਕ ਮਹਿਦੂਦ ਸਨ। ਮੈਂ ਤੇ ਮੇਰੀ ਵੱਡੀ ਭੈਣ ਪ੍ਰਕਾਸ਼ ਨੇ ਹਾਂਜੀ ਅਸੀਂ ਰਿਕਾਰਡ ਕਰਾ ਕੇ ਆਪਣਾ ਮੁਲਕੀ ਬਾਹਰ ਦੇ ਮੁਲਕਾਂ 'ਚ ਜਾ ਕੇ ਅਸੀਂ ਗਾਏ ਨੇ, ਉਹ ਅਜੇ ਤੱਕ ਕਾਇਮ ਨੇ। ਮੇਰੀ ਛੋਟੀ ਭੈਣ ਨਰਿੰਦਰ ਉਹ ਵੀ ਗਾਉਂਦੀ ਸੀ। ਹੁਣ ਉਹਨਾਂ ਦੋਵਾਂ ਦੀ ਅਨਲੱਕਲੀ ਦੋਵੇਂ ਛੱਡ ਕੇ ਚਲੀਆਂ ਗਈਆਂ ਨੇ, ਡੈਥ ਹੋ ਗਈ ਉਹਨਾਂ ਦੋਵਾਂ ਦੀ। ਤੇ ਮੇਰੀ ਲੜਕੀ ਡੋਲੀ ਉਹ ਹੁਣ ਗਾਉਂਦੀ ਹੈ। ਆਈ ਵਿਸ਼ ਕਿ ਉਹ ਚੰਗਾ ਗਾਏ ਔਰ ਚੰਗੀਆਂ ਚੀਜ਼ਾਂ ਗਾਏ। ਉਹ ਮੇਰਾ ਖਿਆਲ ਹੈ ਚੰਗੀਆਂ ਚੀਜ਼ਾਂ ਗਾਏਗੀ ਔਰ ਮੇਰੇ ਤੋਂ ਬਾਅਦ ਇਹ ਵਿਰਸਾ ਕਾਇਮ ਰਹੇਗਾ। ਉਹ ਚਰਖਾ ਕੁੱਕਰ ਦੇਂਦਾ, ਕੁੱਕਰ ਲੱਗੀ ਕਲੇਜੇ, ਇੱਕ ਮੇਰਾ ਦਿਲ ਪਿਆ ਧੜਕੇ, ਉਹ ਦੂਜਾ ਕੰਗਣ ਛੜ ਗਏ। ਚਰਖਾ ਚੰਨਣ ਦਾ ਸ਼ਾਵਾ, ਚਰਖਾ ਚੰਨਣ ਦਾ ਕੋਈ ਬਾਵਾ। ਵਿਰਸੇ ਦੇ ਵਿੱਚ ਹੀ ਗਾਇਕੀ ਹੈ ਜੋ ਮਿਲੀ ਸੀ। ਵਿਰਸੇ ਤੇ ਵੈਸੇ ਨਹੀਂ, ਇਸ ਤਰ੍ਹਾਂ ਨਹੀਂ ਕਿ ਸਾਡੇ ਖਾਨਦਾਨ ਦੇ ਵਿੱਚ ਗਾਣਾ ਵਜਾਣਾ ਤੇ ਬਹੁਤ ਬੁਰੀ ਚੀਜ਼ ਸਮਝਦੇ ਸਨ। ਅੱਛਾ ਪਰ ਸ਼ੌਕ ਸੀ, ਇੰਨਾ ਜ਼ਿਆਦਾ ਲਗਨ ਸੀ ਇਹਦੇ ਵਿੱਚ, ਤੇ ਘਰ ਵਾਲਿਆਂ ਨੇ ਐਕਚੁਅਲੀ ਪੇਰੈਂਟਸ ਨੇ ਨਹੀਂ ਇਨਕਰੇਜ ਕੀਤਾ। ਇਨਕਰੇਜ ਮੇਰੇ ਭਰਾਵਾਂ ਨੇ ਕੀਤਾ ਕਿ ਇਹਨੂੰ ਸ਼ੌਕ ਹੈ ਜ਼ਰੂਰ ਸਿਖਾਉਣਾ ਚਾਹੀਦਾ ਇਹਨਾਂ ਨੂੰ। ਪ੍ਰਕਾਸ਼ ਜੀ ਦੀ ਸ਼ਾਦੀ ਬੜੀ ਯੰਗ ਏਜ ਵਿੱਚ ਹੋ ਗਈ ਸੀ। ਅੱਛਾ ਤੇ ਉਹ ਤੇ ਆਪਣੇ ਘਰ ਚਲੇ ਗਏ। ਮੈਨੂੰ ਸ਼ੌਕ ਸੀ ਬੜਾ, ਫਿਰ ਮੈਂ ਬਕਾਇਦਾ ਤਾਲੀਮ ਲਈ ਤੇ ਗਾਇਆ ਉਹਨਾਂ ਨੇ। ਫਿਰ ਥੋੜੀ ਜਿਹੀ ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਤੇ ਚੰਗਾ ਲੱਗਾ ਮੈਨੂੰ। ਮਦਾਨੀਆਂ ਹਾਏ ਮੇਰੇ ਡਾਂਟਿਆਂ ਰੱਬਾ, ਕਿੰਨਾ ਕਿੰਨਾ ਨੇ ਜਾਣੀਆਂ। ਹਾਏ ਮੇਰੇ ਡਾਂਟਿਆਂ ਰੱਬਾ, ਕਿੰਨਾ ਨੇ ਜਾਣੀਆਂ। ਤੁਹਾਡਾ ਸੰਦੀਪ ਬਹੁਤ ਬਹੁਤ ਧੰਨਵਾਦ। ਮੈਂ ਵੀ ਧੰਨਵਾਦੀ ਹਾਂ ਤੁਹਾਡੀ ਕਿ ਤੁਸੀਂ ਇੱਥੇ ਬੁਲਾਇਆ, ਮੈਨੂੰ ਬਹੁਤ ਚੰਗਾ ਲੱਗਾ। ਥੈਂਕ ਯੂ। ਓਕੇ ਜਦੋਂ ਪੁੱਛਨੀਆਂ
ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਦਿਲ ਦੱਸਦਾ ਕਿੰਨਾ ਅੱਖਾਂ ਪਾਵਾਂ ਕਿਵੇਂ ਕਜਰਾ ਵੇ ਅੱਖੀਆਂ ਨੂੰ ਵਸਦਾ ਪੰਜਾਬੀ ਭਾਈਚਾਰੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਿਹਨਤ ਸਦਕਾ ਬੜੀਆਂ ਮੱਲਾਂ ਮਾਰੀਆਂ ਹਨ। ਵੱਡੇ ਵੱਡੇ ਵਪਾਰਕ ਅਦਾਰੇ ਸਥਾਪਿਤ ਕੀਤੇ ਹੋਏ ਹਨ। ਫਿਰ ਸਮਾਜ ਨੂੰ ਵੱਖ-ਵੱਖ ਢੰਗਾਂ ਦੇ ਨਾਲ ਪੇ ਬੈਕ ਵੀ ਕਰਦੇ ਹਨ। ਬਸੰਤ ਮੋਟਰਸ ਸਰੀ ਦੀ ਮੰਨੀ ਪ੍ਰਮੰਨੀ ਆਟੋ ਡੀਲਰਸ਼ਿਪ ਹੈ ਜੋ ਹਰ ਸਾਲ ਆਪਣੀ ਸਾਲਗਿਰਾ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫੇ ਦਿੰਦੇ ਹਨ। ਪਿਛਲੇ ਐਤਵਾਰ ਬਸੰਤ ਮੋਟਰਸ ਦੀ 30ਵੀਂ ਸਾਲਗਿਰਾ ਦੇ ਮੌਕੇ ਤੇ 30,000 ਤੋਂ ਵੀ ਵੱਧ ਡਾਲਰ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ। ਅਸੀਂ ਬਸੰਤ ਮੋਟਰਸ ਦੇ ਬਲਦੇਵ ਸਿੰਘ ਬਾਠ ਉਹਨਾਂ ਨੂੰ ਤੇ ਸਮੂਹ ਸਟਾਫ ਨੂੰ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਇਹ ਬਸੰਤ ਮੋਟਰ ਆਪਣੀ 30th ਐਨੀਵਰਸਰੀ ਮਨਾ ਰਿਹਾ ਹੈ। ਸਾਨੂੰ 30 ਸਾਲ ਹੋ ਗਏ ਇਸ ਬਿਜ਼ਨਸ ਦੇ ਵਿੱਚ, ਕਿਉਂਕਿ ਸਾਨੂੰ ਐਡੀ ਭਾਰੀ ਸਪੋਰਟਸ ਹਮੇਸ਼ਾ ਹੈਗੀ ਆ ਸੁਸਾਇਟੀ ਦੀ, ਸਮਾਜ ਦੀ, ਤੇ ਸਾਨੂੰ ਐਵੇਂ ਲੱਗਦਾ ਕਿ ਅਸੀਂ ਜੋ ਸਮਾਜ ਸਾਨੂੰ ਦੇ ਰਿਹਾ ਇਸ ਵਾਪਸ ਸਮਾਜ ਦੇ ਵਿੱਚ ਕਿਸੇ ਤਰੀਕੇ ਜਾਣਾ ਜ਼ਰੂਰੀ ਆ। ਉਹ ਇੱਕ ਸਾਡਾ ਪਹਿਲਾਂ ਤੋਂ ਆ ਇਹ ਆਪਣੀ 6ਵੀਂ ਸਕਾਲਰਸ਼ਿਪ ਜਿਹੜਾ ਇਵੈਂਟ ਆ, ਇਹ 6ਵਾਂ ਆ, ਤੇ ਇਹਦੇ ਵਿੱਚ ਅਸੀਂ $30,000 ਜਿਹੜਾ ਉਹ, ਕਿਉਂਕਿ ਸਾਨੂੰ 30 ਸਾਲ ਹੋ ਗਏ ਬਿਜ਼ਨਸ ਵਿੱਚ, $30,000 ਜਿਹੜਾ ਅਸੀਂ ਉਹ ਫੰਡਸ ਇੱਕ ਸਾਈਡ ਤੇ ਰੱਖੇ ਬੱਚਿਆਂ ਨੂੰ ਵਜ਼ੀਫੇ ਦੇਣ ਲਈ। ਪਰ ਕਿਉਂਕਿ ਇਸ ਸਾਲ ਆਪਾਂ 2 ਸਾਲ 'ਚ ਗੁਜ਼ਰ ਰਹੇ, ਬੜੇ ਟਫ ਪੀਰੀਅਡ 'ਚ ਗੁਜ਼ਰ ਰਹੇ ਹਾਂ। ਮੇਰਾ ਖਿਆਲ ਫਾਈਨੈਂਸ਼ੀਅਲੀ ਹੁਣ ਜਿਹੜੀ ਜ਼ਰੂਰਤ ਆ ਉਹ ਸ਼ਾਇਦ ਫਿਊਚਰ 'ਚ ਨਾ ਹੋਵੇ। ਅਸੀਂ ਉਹਨੂੰ ਕੰਸੀਡਰ ਕਰਦੇ ਹੋਏ ਇੱਕ ਹੋਰ ਸਕਾਲਰਸ਼ਿਪ ਐਡ ਕੀਤੀ। ਆਪਾਂ 30 ਦੀ ਬਜਾਏ $32,000 ਕੀਤਾ ਤੇ 16 ਬੱਚਿਆਂ ਨੂੰ ਸਕਾਲਰਸ਼ਿਪ ਇਹ ਜਾ ਰਹੀ ਆ, ਜਿਹਦੇ ਵਿੱਚ ਕੈਟਾਗਰੀ ਇਹ ਆ ਕਿ ਐਕੈਡੈਮਿਕ ਆ, ਫਾਈਨੈਂਸ਼ੀਅਲ ਸਪੋਰਟ ਤੇ ਨਾਲ ਦੀ ਨਾਲ ਫਿਜ਼ੀਕਲ ਡਿਸੇਬਿਲਿਟੀ ਬੱਚੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੈਟਾਗਰੀ ਦੇ ਵਿੱਚ ਵੰਡਿਆ ਜਾਂਦਾ। ਤੇ ਆਓ ਹੁਣ ਅਨਮੋਲ ਯਾਦਾਂ ਦੇ ਵਿੱਚੋਂ ਇੱਕ ਹੋਰ ਯਾਦ ਸਾਂਝੀ ਕਰਦੇ ਹਾਂ। ਇਹ ਵੈਨਕੂਵਰ ਦੇ ਵਿੱਚ ਬਹੁਤ ਸਾਲ ਪਹਿਲਾਂ ਹੋਈ ਵਡਾਲੀ ਬ੍ਰਦਰਜ਼ ਦੀ ਮਹਿਫਲ ਦੇ ਵਿੱਚੋਂ ਹੈ, ਜਿਸ ਦੇ ਵਿੱਚ ਲਖਵਿੰਦਰ ਵਡਾਲੀ ਵੀ ਸ਼ਾਮਲ ਸਨ। ਸਾਡਾ ਇੱਕ ਵਾਰੀ ਓਏ ਰੱਬਾ ਇੱਕ ਵਾਰੀ ਮੇਲ ਕਰਾ ਦੇ, ਰੱਬਾ ਇੱਕ ਵਾਰੀ ਮੇਲ ਕਰਾ ਦੇ, ਅਸਾਂ ਉਹਦਾ ਮੁਖ ਵੇਖਣਾ ਹੈ, ਅਸਾਂ ਉਹਦਾ ਮੁਖ ਵੇਖਣਾ, ਸਾਡਾ ਇੱਕ ਵਾਰੀ ਮੇਲ ਕਰਾ ਦੇ, ਅਸਾਂ ਉਹਦਾ ਮੁਖ ਵੇਖਣਾ ਹਾਏ, ਅਸਾਂ ਉਹਦਾ ਮੁਖ ਵੇਖਣਾ। ਸਜਣਾ ਬਾਜੂ ਸੂਨੇ ਵੇਲੇ ਦੂਰ ਸਜਣ ਦੀ ਯਾਦਾਂ ਵੇਲੇ, ਉਹਨੇ ਲੰਘਣਾ ਤੇ ਤੱਕਣਾ ਚ ਫੇਰੇ, ਅਸਾਂ ਲੁਕ ਲੁਕ ਵੇਖਣਾ ਹਾਏ, ਅਸਾਂ ਉਹਦਾ ਮੁਖ ਵੇਖਣਾ ਹਾਏ, ਅਸਾਂ ਉਹਦਾ ਮੁਖ ਵੇਖਣਾ। ਅੱਲਾ ਖੈਰਾ ਮੇਰਾ ਕਰੀ ਦੇ, ਫਸਲਾਂ ਵਾਲੀਆਂ ਜੋ
ਕਿਸਾਨੀ ਸੰਘਰਸ਼ ਤਰ੍ਹਾਂ ਤਰ੍ਹਾਂ ਦੇ ਇਮਤਿਹਾਨਾਂ ਦੇ ਵਿੱਚੋਂ ਲੰਘ ਰਿਹਾ ਹੈ। ਹੁਣ ਫਿਰ ਯੂਪੀ ਦੇ ਵਿੱਚ ਵਾਪਰੇ ਕਹਿਰ ਦੇ ਵਿੱਚ ਕਿਸਾਨ ਕਿੰਨੇ ਜਾਨਾਂ ਗਵਾ ਗਏ ਹਨ, ਪਰ ਕਿਸਾਨਾਂ ਦੇ ਹੌਸਲੇ ਹੋਰ ਪ੍ਰਚੰਡ ਹੋ ਰਹੇ ਹਨ। ਉਧਰ ਪੰਜਾਬ ਦੇ ਵਿੱਚ ਵੇਖ ਲਓ ਸਿਆਸੀ ਹਲਚਲ ਚੱਲ ਰਹੀ ਹੈ। ਅਜੇ ਤੱਕ ਸਰਦਾਰ ਚਰਨਜੀਤ ਸਿੰਘ ਚੰਨੀ ਵਧੀਆ ਤੇ ਸਾਦਾ ਲੀਡਰ ਸਾਬਤ ਹੋ ਰਹੇ ਹਨ। ਉਹਨਾਂ ਦੇ ਸਾਥੀ ਸਰਦਾਰ ਪ੍ਰਗਟ ਸਿੰਘ ਵਰਗੇ ਕਾਬਲ ਸਾਥੀ ਹਨ ਜਿਨ੍ਹਾਂ ਤੋਂ ਆਸਾਂ ਕਰ ਸਕਦੇ ਹਾਂ ਭਾਵੇਂ ਸਮਾਂ ਥੋੜਾ ਹੈ। ਸਾਡੀ ਦੇਸ਼ ਪ੍ਰਦੇਸ਼ ਦੀ ਰਿਪੋਰਟਰ ਅਨੁਜਾ ਸ਼ਰਮਾ ਹੁਣਾਂ ਨੇ ਪ੍ਰਗਟ ਸਿੰਘ ਹੁਣਾਂ ਦੇ ਨਾਲ ਪਿਛਲੇ ਦਿਨੀ ਗੱਲਬਾਤ ਕੀਤੀ। ਪ੍ਰਗਟ ਜੀ, ਜੇਕਰ ਗੱਲ ਕੀਤੀ ਜਾਵੇ, ਤੁਸੀਂ ਹਮੇਸ਼ਾ ਸਿਸਟਮ ਦੀ ਗੱਲ ਕਰਦੇ ਆਏ ਹੋ। ਅੱਜ ਤੁਹਾਡੇ ਹੱਥ ਦੇ ਵਿੱਚ 4 ਸਿਸਟਮ ਸੌਂਪ ਦਿੱਤੇ ਗਏ, ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ, ਸਪੋਰਟਸ ਤੇ ਨਾਲ ਹੀ NRI ਅਫੇਅਰਸ। ਹੁਣ ਕੀ ਪਹਿਲਾ ਸਟੈਪ ਲਿਆ ਜਾਏਗਾ ਪ੍ਰਗਟ ਸਿੰਘ ਜੀ ਵੱਲੋਂ? ਦੇਖੋ, ਸਪੋਰਟਸ ਦੇ ਵਿੱਚ ਮਾਹੌਲ ਬਣਾਉਣਾ, ਕਿਉਂਕਿ ਸਾਡੇ ਯੂਥ ਨੂੰ ਇੱਕ ਮਾਹੌਲ ਦੀ ਜ਼ਰੂਰਤ ਹੈ, ਔਰ ਐਜੂਕੇਸ਼ਨ ਦੀਆਂ ਪਾਲਿਸੀਜ਼ ਨੂੰ ਕਰੈਕਟ ਕਰਕੇ, ਕਿਉਂਕਿ ਓਵਰਨਾਈਟ ਨਹੀਂ ਹੋਣ ਵਾਲਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, 90 ਦਿਨ ਦੀ ਗੱਲ ਹੈ, ਲੇਕਿਨ 90 ਦਿਨ ਦੇ ਵਿੱਚ ਜੋ ਬੈਸਟ ਪੋਸੀਬਲ ਹੋ ਸਕਦਾ, ਔਰ NRIs ਨੂੰ ਨਾਲ ਲੈ ਕੇ, ਕਿਉਂਕਿ NRI ਜਿੱਥੇ ਵੀ ਦੁਨੀਆ ਤੇ ਬੈਠਾ ਉਹ ਹਮੇਸ਼ਾ ਪੰਜਾਬ ਦੀ ਸ਼ਾਮ ਨੂੰ ਗੱਲ ਜ਼ਰੂਰ ਕਰਦਾ। ਸੋ ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਰਾਦਰ ਤੁਹਾਡੇ ਮੀਡੀਅਮ ਤੋਂ ਕਿ ਆ ਜਾਓ ਆਪਣੇ ਪਿੰਡ ਨੂੰ, ਕਿਉਂਕਿ ਸਰਕਾਰ ਨੂੰ ਨਾ ਆਪਾਂ ਕੋਈ ਪੈਸਾ ਦਈਏ, ਕਿਉਂਕਿ ਜਦੋਂ ਸਰਕਾਰਾਂ 'ਚ ਪੈਸਾ ਜਾਂਦਾ ਤੇ ਉਹ ਕਿਤੇ ਨਾ ਕਿਤੇ ਉਰਾਂ ਪਰਾਂ ਹੋ ਜਾਂਦਾ। ਆਪਣੇ ਪਿੰਡ ਦੀ ਛੋਟੀ ਕਮੇਟੀ ਬਣਾਓ ਤਾਂ ਕਿ ਅਸੀਂ ਉਹਨੂੰ ਆਰਗੇਨਾਈਜ਼ ਕਰਕੇ, ਉਹਨੂੰ ਇੱਕ ਪੋਜ਼ਿਟਿਵਲੀ ਚੈਨਲਾਈਜ਼ ਕਰਕੇ ਤੇ ਉਹ ਯੂਥ એનર્ਜੀ ਨੂੰ ਚੈਨਲਾਈਜ਼ ਕਰ ਲਈਏ, ਚਾਹੇ ਉਹ ਐਜੂਕੇਸ਼ਨ ਦੇ ਥਰੂ ਹੋਵੇ, ਕਿਉਂਕਿ ਇਨਸਾਨ ਦਾ ਵਧੀਆ ਤਰਾਸ਼ਣਾ ਉਹ ਬਹੁਤ ਜ਼ਰੂਰੀ ਆ। ਅਸੀਂ ਕਈ ਵਾਰੀ ਬਿਲਡਿੰਗਸ ਬਣਾ ਲੈਂਦੇ ਆ, ਪਰ ਜਿਹੜਾ ਹਿਊਮਨ ਰਿਸੋਰਸਿਸ ਤੇ ਕੰਮ ਕਰਨ ਦੀ ਜ਼ਰੂਰਤ ਹੈ, ਕਈ ਵਾਰੀ ਉਹਦੇ ਤੋਂ ਅਸੀਂ ਉੱਕ ਜਾਂਦੇ ਆ। ਸਾਨੂੰ ਉਹਦੇ ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਬੱਚੇ ਸਾਡੇ ਆ, ਇਹਨਾਂ ਨੂੰ ਜਿਹੋ ਜਿਹਾ ਬਣਾ ਲਾਂਗੇ ਉਹੋ ਜਿਹਾ ਇਹ ਬਣ ਜਾਣਗੇ। ਪੰਜਾਬ ਕਿਸਾਨੀ ਦੀ ਧਰਤੀ ਹੈਗੀ ਹੈ, ਦੂਜੇ ਪਾਸੇ ਝੋਨੇ ਦੀ ਜਿਹੜੀ ਖਰੀਦ ਹੈਗੀ ਹੈ ਉਹਨੂੰ ਲੇਟ ਕਰ ਦਿੱਤਾ ਗਿਆ ਹੈਗਾ ਆ, ਤੇ ਤੁਸੀਂ ਮੌਸਮ ਵੀ ਦੇਖ ਰਹੇ ਹੋ ਖਰਾਬ ਹੋ ਰਿਹਾ ਹੈਗਾ ਆ। ਹੁਣ ਤੁਸੀਂ ਕੀ ਗੱਲਬਾਤ ਕਰੋਗੇ? ਕੈਬਨਿਟ ਮਿਨਿਸਟਰ ਹੋ ਤੁਸੀਂ। ਕੱਲ ਵੀ ਬੇਸਿਕਲੀ ਸਾਡੀ ਕੈਬਨਿਟ ਦੇ ਵਿੱਚ ਵੀ ਇਹ ਗੱਲ ਹੋਈ ਆ, ਅਨਆਫੀਸ਼ੀਅਲੀ ਵੀ ਹੋਈ ਆ। ਇਹ ਇਮੀਡੀਏਟਲੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਬੇਨਤੀ ਹੈਗੀ ਆ ਕਿ ਤੁਸੀਂ ਇਮੀਡੀਏਟਲੀ ਖਰੀਦ ਜਿੱਦਾਂ ਪਹਿਲਾਂ ਸ਼ੁਰੂ ਹੁੰਦੀ ਸੀ ਉਸੇ ਤਰ੍ਹਾਂ ਹੀ ਖਰੀਦ ਸ਼ੁਰੂ ਕਰੋ, ਤਾਂ ਕਿ ਕਿਸਾਨ ਅੱਗੇ ਬਹੁਤ ਜਿਹੜਾ ਆ ਉਹ ਨੁਕਸਾਨ ਦੇ ਵਿੱਚ ਹੋਇਆ ਪਿਛਲੇ 1 ਸਾਲ ਤੋਂ ਧਰਨਿਆਂ ਦੇ ਵਿੱਚ, ਉਦੋਂ ਵੱਧ ਨੁਕਸਾਨ ਸਾਡੀ ਫਾਈਨੈਂਸ਼ੀਅਲ ਕੰਡੀਸ਼ਨਸ ਦਾ ਹੋ ਗਿਆ ਹੋਣਾ। ਤੇ ਜੇ ਇਹੀ ਰਿਪੀਲ ਕਰਕੇ, ਜੇ ਇਹੀ ਕਮੇਟੀਆਂ ਬਣਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਅੱਗੇ ਤੁਰੇ ਹੁੰਦੇ, ਦੇਖੋ ਕਦੀ ਵੀ ਲੀਡਰਸ ਨੂੰ ਜਿੱਦ ਨਹੀਂ ਕਰਨੀ ਚਾਹੀਦੀ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਇਹ ਦੁਆਰਾ ਵੀ ਬਣਾਇਆ ਜਾ ਸਕਦਾ, ਇਹਦੇ 'ਚ ਕਰੈਕਸ਼ਨ ਵੀ ਹੋ ਸਕਦੀ ਆ, ਕਿਉਂਕਿ ਜਦੋਂ ਵੀ ਕੋਈ ਡਿਸੀਜਨ ਹੁੰਦੇ ਆ ਇਨਸਾਨ ਹੀ ਡਿਸੀਜਨ ਲੈਂਦੇ ਆ। ਹੋ ਸਕਦਾ ਉਹਨਾਂ ਦਾ ਕੋਈ ਮਾਈਂਡ ਸੈਟਅਪ ਹੋਰ ਹੋਵੇ। ਆਪਾਂ ਉਸ ਫੀਲਡ ਦੇ ਐਕਸਪਰਟਸ ਬੰਦਿਆਂ ਨੂੰ ਲੈ ਕੇ ਉਹਨਾਂ ਦੀ ਗੱਲਬਾਤ ਸੁਣ ਕੇ ਆਪਾਂ ਇੰਨੀ એનર્ਜੀ ਖਰਾਬ ਕਰ ਲਈ, ਜਿਹਦਾ ਪੰਜਾਬ ਦਾ ਨੁਕਸਾਨ ਹੋਇਆ, ਹਿੰਦੁਸਤਾਨ ਦਾ ਨੁਕਸਾਨ ਹੋਇਆ, ਸਾਡੀ ਖੇਤੀ ਦਾ ਨੁਕਸਾਨ ਹੋਇਆ। ਕਿਉਂਕਿ ਐਂਡ ਆਫ ਦਾ ਡੇ ਜਿੱਤੇ ਇਹਦੇ 'ਚੋਂ ਕੋਈ ਵੀ, ਪਰ ਨੁਕਸਾਨਿਆ ਸਾਡਾ ਪੰਜਾਬ ਜਾਂ ਹਿੰਦੁਸਤਾਨ ਹੀ ਜਾਂਦਾ। ਆਖਰੀ ਸਵਾਲ ਮੈਂ ਇਹੀ ਪੁੱਛੂੰਗੀ, ਕੀ ਕਾਂਗਰਸ ਦੇ ਵਿੱਚ ਸਭ ਕੁਝ ਆਲ ਇਜ਼ ਵੈਲ ਹੈਗਾ ਆ ਸਿੱਧੂ ਸਾਹਿਬ ਦੇ ਰੈਜ਼ਿਗਨੇਸ਼ਨ ਤੋਂ ਬਾਅਦ? ਨਹੀਂ, ਡੈਫੀਨੇਟਲੀ ਸੌਰਟ ਆਊਟ ਹੋ ਗਿਆ ਔਰ ਕਮੇਟੀ ਬਣ ਗਈ ਆ। ਜਿਹੜੇ ਇਹ ਵੀ ਇਸ਼ੂ ਹੈਗੇ ਆ, ਜਿਹੜੇ ਆਉਣ ਵਾਲੇ ਇਸ਼ੂ ਵੀ ਹੈਗੇ ਆ, ਅਸੀਂ ਬਿਲਕੁਲ ਉਹਨੂੰ ਬੈਠ ਕੇ ਰਿਜ਼ੋਲਵ ਕਰਾਂਗੇ, ਔਰ ਬੜੀ ਮੈਚਿਓਰ ਡੈਮੋਕ੍ਰੇਸੀ ਨਾਲ, ਕਿਉਂਕਿ ਕਈ ਨਵੇਂ ਬੰਦੇ ਹੈਗੇ ਆ ਔਰ ਕਈ ਵਾਰੀ ਜਿਹੜੀ ਬਿਊਰੋਕ੍ਰੇਸੀ ਆ ਉਹ ਗਲਤੀਆਂ ਵੀ ਕਰਵਾਉਂਦੀ ਆ, ਲੇਕਿਨ ਸਾਨੂੰ ਪੂਰੀ ਸੁਹਿਰਦਤਾ ਨਾਲ, ਸਾਨੂੰ ਦੂਰ ਅੰਦੇਸ਼ੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਵਕਤ ਸਾਡੇ ਨਾਲ ਮੌਜੂਦ ਸੀਗੇ ਪ੍ਰਗਟ ਸਿੰਘ ਜੀ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੁਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ। ਉਮੀਦ ਕਰਦਾ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ, ਸਾਡੀ ਅੱਜ ਦੀ ਕੋਸ਼ਿਸ਼ ਵੀ ਪਸੰਦ ਆ ਰਹੀ ਹੋਵੇਗੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਦੇ ਨਜ਼ਦੀਕ ਹੈ। ਪ੍ਰੋਗਰਾਮ ਦੇ ਆਖਰ ਦੇ ਵਿੱਚ ਵੀ ਤੁਹਾਡੇ ਮਨੋਰੰਜਨ ਦੇ ਵਾਸਤੇ ਇੱਕ ਹੋਰ ਗੀਤ ਸ਼ਾਮਲ ਕਰ ਲੈਂਦੇ ਹਾਂ। ਇਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫਤੇ ਫਿਰ ਮਿਲਾਂਗੇ, ਤਦ ਤੱਕ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ। ਨਵੀਂ ਨਵੀਂ ਮੈਂ ਆਈ ਕੈਨੇਡਾ, ਰਹਿ ਗਈ ਹੱਕੀ ਬੱਕੀ। ਨਵੀਂ ਮੈਂ ਆਈ ਕੈਨੇਡਾ, ਰਹਿ ਗਈ ਹੱਕੀ ਬੱਕੀ। ਸੁਰਗਾਂ ਤੋਂ ਵੱਧ ਸੋਹਣਾ ਲੱਗਾ, ਕੀਤੀ ਬੜੀ ਤਰੱਕੀ। ਸੁਰਗਾਂ ਤੋਂ ਵੱਧ ਸੋਹਣਾ ਲੱਗਾ, ਕੀਤੀ ਬੜੀ ਤਰੱਕੀ। ਇਹੀ ਸੋਚਾਂ ਸੋਚ ਕੇ ਸੌਂ ਗਈ ਮੈਂ, ਸੀ ਹਾਰੀ ਥੱਕੀ। ਹੁਣ ਤੱਕ ਮਾਪਿਆਂ ਨੇ ਕਿਉਂ ਇੰਡੀਆ ਸੀ ਰੱਖੀ। ਹੁਣ ਤੱਕ ਮਾਪਿਆਂ ਨੇ ਕਿਉਂ ਇੰਡੀਆ ਸੀ ਰੱਖੀ। ਹੁਣ ਤੱਕ ਮਾਪਿਆਂ ਨੇ ਕਿਉਂ ਇੰਡੀਆ ਸੀ ਰੱਖੀ।
मन परचाया एक वीक तां रही परौनी बाबा मन परचाया बर्गर पीजे न्यूडल खाते ना करा फाल दिखाया बर्गर पीजे न्यूडल खाते ना करा फाल विखाया फिर माही ने जॉब दे उत्ते अपने नाल लगाया शिफ्टां लाउंदी नूं मां दा चेता आया शिफ्टां लाउंदी नूं मां दा चेता आया शिफ्टां लाउंदी नूं मां दा चेता आया की दस्सां मैं बिच कनेडा की मेरे संग होई की दस्सां मैं बिच कनेडा की मेरे संग होई ना मैं खुल के हंसी जोगी ना मैं खुल के रोई अपने चंडू सिंगे बाजों किते न मिलदी ढोई बिच परदेसां दे हाल न सुनदा कोई बिच परदेसां दे हाल न सुनदा कोई बिच परदेसां दे हाल न सुनदा कोई बिच परदेसां दे